अस्सलाम वालेकुम दोस्तों, क्या हाल है? ठीक हो दोस्तों? सब तो पहले ਅਸੀਂ ਉਹਨਾਂ ਦੋਸਤਾਂ ਦਾ ਸ਼ੁਕਰੀਆ ਅਦਾ ਕਰਨੇ ਆ ਜਿਹੜੇ ਦੋਸਤ ਸਾਡੀ ਵੀਡੀਓ ਨੂੰ ਵੇਖ ਰਹੇ ਹਨ ਔਰ ਲਾਈਕ ਕਰ ਰਹੇ ਹਨ ਔਰ ਸਾਡੇ ਕਮੈਂਟਸ ਵਿੱਚ ਜਾ ਕੇ ਆਪਣੀ ਦੂਸਰਾ ਰਾਏ ਦਾ ਇਜ਼ਹਾਰ ਕਰ ਰਹੇ ਹਨ। ਸਭ ਤੋਂ ਪਹਿਲੇ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਨੇ ਆ। ਦੂਸਰੀ ਗੱਲ ਇਹ ਵੀ ਦੋਸਤੋ, ਅੱਜ ਅਸੀਂ ਵੀਡੀਓ ਬਣਾਉਣੀ ਹੈ ਡਿਵਰਮਿੰਗ ਤੇ। ਡਿਵਰਮਿੰਗ ਕਿਸ ਤਰ੍ਹਾਂ ਜਾਨਵਰਾਂ ਦੀ ਕੀਤੀ ਜਾਵੇ ਔਰ ਕਦੋਂ ਕੀਤੀ ਜਾਵੇ ਤੇ ਕਰਨੀ ਕਿਸ ਤਰ੍ਹਾਂ। ਅੱਛਾ ਦੋਸਤੋ, ਇਹਦੇ ਇੰਜੈਕਸ਼ਨ ਵਗੈਰਾ ਵੀ ਆ ਗਏ ਡਿਵਰਮਿੰਗ ਦੇ ਔਰ ਨਿਲਜ਼ਾਨ ਆ ਗਈ, ਫਿਰ ਨਿਲਜ਼ਾਨ ਪਲੱਸ ਆ ਗਈ, ਉਸ ਤੋਂ ਬਾਅਦ ਜਨਾਬ ਆ ਗਿਆ ਦੂਸਰਾ ਤੁਹਾਡਾ ਪੰਚ ਆ ਗਈ। ਇਹ ਸਾਰੇ ਡਿਵਰਮਰ ਆ ਗਏ, ਲੇਕਿਨ ਕੁਝ ਪ੍ਰੈਗਨੈਂਟ ਦੇ ਵੀ ਆ ਗਏ, ਕੁਝ ਨਾਨ ਪ੍ਰੈਗਨੈਂਟ ਦੇ ਵੀ ਆ ਗਏ। ਇੱਕ ਤਾਂ ਸਭ ਤੋਂ ਪਹਿਲੇ ਵੀ ਤੁਸੀਂ ਜਿਹੜੀ ਇਹ ਪੰਚ ਹੈ ਜਾਂ ਨਿਲਜ਼ਾਨ ਹੈ, ਇਹ ਜਿਹੜੀ ਹੈ ਨਾ ਡਿਵਰਮਿੰਗ, ਇਹ ਤੁਸੀਂ ਜਿਹੜਾ ਹੈ ਆਪਣੇ ਪ੍ਰੈਗਨੈਂਟ ਜਾਨਵਰ ਨੂੰ ਨਹੀਂ ਦੇ ਸਕਦੇ, ਕਿਉਂਕਿ ਉਹਦੇ ਵਿੱਚ ਬੱਚਿਆਂ ਦਾ ਵੀ ਅਸਰ ਹੈ, ਜਾਂ ਬੱਚੇ ਗਿਰਾ ਦੇ ਸੀ ਜਾਂ ਬੱਚਿਆਂ ਦਾ ਕੋਈ ਮਰ ਜਾਸੇ, ਇਸ ਤਰ੍ਹਾਂ ਦਾ ਇਹਨਾਂ ਦਾ ਨਿਜ਼ਾਮ ਹੈ। ਉਸ ਤੋਂ ਬਾਅਦ ਦੂਸਰੀ ਗੱਲ ਇਹ ਬਈ ਜਿਹੜੇ ਖਾਲੀ ਜਾਨਵਰ ਹਨ, ਬੱਕਰੇ ਹਨ, ਲੇਲੇ ਹਨ ਜਾਂ ਮੱਝਾਂ ਹਨ, ਗਾਵਾਂ ਹਨ, ਵੱਛੇ ਹਨ, ਕੱਟੇ ਹਨ, ਜੋ ਵੀ ਤੁਹਾਡਾ ਐਨੀਮਲ ਜਾਨਵਰ ਹੈ, ਉਸ ਦੇ ਵਾਸਤੇ ਤੁਸੀਂ ਡਿਵਰਮਿੰਗ ਤਕਰੀਬਨ 3 ਮਹੀਨਿਆਂ ਦੇ ਦੌਰਾਨ ਲਾਜ਼ਮੀ ਕਰੋ। ਪੇਟ ਵਾਲੀ ਅਗਰ ਤੁਸੀਂ ਇੰਜੈਕਸ਼ਨ ਲਾਉਣਾ ਚਾਹੁੰਦੇ ਹੋ, ਆਇਓਟੇਕ ਔਰ ਉਸ ਤੋਂ ਬਾਅਦ ਅਵਰਮੈਕਟਨ ਦਾ ਕੋਈ ਵੀ ਇੰਜੈਕਸ਼ਨ ਤੁਸੀਂ ਲਾਉਣਾ ਚਾਹੁੰਦੇ ਹੋ, ਉਹ ਮੰਥਲੀ ਦੇ ਮੰਥਲੀ ਲਾਓ। ਹਰ ਮਹੀਨੇ ਬਾਅਦ ਹਰ ਨੂੰ ਜਾਨਵਰ ਲਾਉਣ ਨੂੰ ਇੱਕ ਉਹਦੀ ਗੋਸ਼ਤ ਦੇ ਹਿਸਾਬ ਨਾਲ, ਛੋਟਾ ਜਾਨਵਰ ਹੈ ਤੇ 1 ਸੀਸੀ, ਜਦ ਕਿ ਬੱਕਰੀ ਹੈ ਵੱਡੀ ਤੇ 2 ਤੋਂ 3 ਸੀਸੀ। ਉਸ ਬਾਅਦ ਜਿਸ ਤਰ੍ਹਾਂ ਗਾਂ ਮੱਝ ਹੈ ਉਸ ਨੂੰ 4-5 ਸੀਸੀ, ਯਾਨੀ ਕਿ ਉਹਨਾਂ ਦੇ ਵਜ਼ਨ ਦੇ ਹਿਸਾਬ ਨਾਲ ਤੁਸੀਂ ਉਹਨਾਂ ਦੀ ਡਿਵਰਮਿੰਗ ਇਸ ਇੰਜੈਕਸ਼ਨ ਦੇ ਜ਼ਰੀਏ ਕਰ ਸਕਦੇ ਹੋ। ਉਸ ਬਾਅਦ ਜਿਹੜੀ ਬੱਚੇ ਤੁਹਾਡੀ ਬੱਕਰੀ ਡਿਲੀਵਰ ਕਰਦੀ ਹੈ ਨਾ, ਉਸੇ ਦਿਨ ਤੁਸੀਂ ਬੱਚਿਆਂ ਨੂੰ ਵੀ ਅੱਧੀ ਸੀਸੀ ਜਿਹੜੇ ਹੈ ਉਹ ਇੰਜੈਕਸ਼ਨ ਲਾ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਬੱਕਰੀ ਨੂੰ ਵੀ ਇੰਜੈਕਸ਼ਨ ਲਾ ਸਕਦੇ ਹੋ। ਫਿਰ ਇਸ ਦਾ ਇਹ ਤਰੀਕਾਕਾਰ ਹੈ, ਇਹਦੇ ਨਾਲ ਗਰੋਥ ਵੀ ਅੱਛੀ ਹੋ ਸੀ, ਖੁਰਾਕ ਵੀ ਅੱਛੀ ਖਾਸੀ। ਉਸ ਬਾਅਦ ਅਗਰ ਕੋਈ ਹੋਰ ਮਸਾਇਲ ਹੈ, ਜਿਸ ਤਰ੍ਹਾਂ ਕੋਈ ਜਿਗਰ ਦਾ ਹੈ ਜਾਂ ਮਿਹਦੇ ਦਾ ਹੈ ਜਾਂ ਖੁਰਾਕ ਇਸ ਦਾ ਖਾਂਦਾ ਜਾਨਵਰ ਤੁਹਾਡਾ ਸੁਸਤ ਰਹਿੰਦਾ ਹੈ, ਅੱਖਾਂ ਖਰਾਬ ਹਨ, ਉਸ ਦਾ ਵੀ ਇਲਾਜ ਹੈ। ਜਦ ਕਿ ਖਾਲੀ ਬੱਕਰੀਆਂ ਭੇਡਾਂ ਦੀ ਅਸੀਂ ਡਿਵਰਮਿੰਗ ਕਰਕੇ ਫਿਰ ਕਰਾਸ ਕਰਾਉਣ ਤੋਂ ਪਹਿਲੇ ਜਿਹੜਾ ਨਾ ਮਹੀਨਾ ਇੱਕ ਡਿਵਰਮਿੰਗ ਨਹੀਂ ਕਰਨੀ, ਨਾ ਹੀ ਕੋਈ ਇੰਜੈਕਸ਼ਨ ਲਾਉਣਾ। ਉਸ ਤੋਂ ਪਹਿਲੇ ਹੁਣ ਸਾਡੇ ਕੋਲੋਂ ਬੱਕਰੀਆਂ ਬੱਚੇ ਡਿਲੀਵਰ ਕਰ ਰਹੇ ਹਨ ਦਸੰਬਰ ਔਰ ਜਨਵਰੀ ਦੇ ਵਿੱਚ। ਹੁਣ ਅਸੀਂ ਇਹਨਾਂ ਦੀ ਡਿਵਰਮਿੰਗ ਸ਼ੁਰੂ ਕਰ ਦੇਣੀ, ਜਿਹੜੀ ਜਿਵੇਂ ਡਿਲੀਵਰ ਕਰ ਰਹੀਆਂ ਤਕਰੀਬਨ ਅਸੀਂ ਇਹਨਾਂ ਦੀ ਮਾਰਚ ਤੱਕ ਡਿਵਰਮਿੰਗ ਕਰਨੀ ਹੈ, ਇੰਜੈਕਸ਼ਨ ਦੇ ਜ਼ਰੀਏ ਵੀ ਔਰ ਦੂਸਰਾ ਪੇਟ ਦੇ ਜ਼ਰੀਏ ਵੀ। ਉਸ ਤੋਂ ਬਾਅਦ ਜਿਸਵੇਂ ਮਾਰਚ ਦਾ ਮਹੀਨਾ ਸ਼ੁਰੂ ਹੋਣਾ, ਫਿਰ ਇੱਕ ਤਾਂ ਬਹਾਰ ਆ ਜਾਣੀ ਹੈ, ਫਿਰ ਮੌਸਮ ਵੀ ਖੁੱਲ ਜਾਣਾ, ਫਿਰ ਚਾਰਾ ਵਗੈਰਾ ਵੀ ਬਹੁਤ ਹੀ ਮੁਫੀਦ ਹੋ ਜਾਣਾ, ਜ਼ਿਆਦਾ ਹੋ ਜਾਣਾ, ਔਰ ਉਸ ਦੌਰਾਨ ਵਿੱਚ ਚਾਰੇ ਦੀ ਪੈਦਾਵਾਰ ਵੀ ਜ਼ਿਆਦਾ ਹੋ ਜਾਣੀ। ਫਿਰ ਇੱਕ ਦਿਨ ਦੀ ਡਿਵਰਮਿੰਗ ਹੋ ਜਾਸੀ ਔਰ ਇਹਨਾਂ ਦੇ ਸਾਰੇ ਕੀੜੇ ਵਗੈਰਾ ਸਭ ਕੁਝ ਖਤਮ ਹੋ ਜਾਸੀ, ਔਰ ਜਿਵੇਂ ਹੀ ਚਾਰਾ ਇਹਨਾਂ ਨੂੰ ਮਿਲਸੀ ਪੇਟ ਭਰ ਕੇ ਖਾਸੇ ਔਰ ਇਹਨਾਂ ਦੀ ਗਰੋਥ ਅੱਛੀ ਹੋ ਜਾਸੀ। ਉਸ ਬਾਅਦ ਜਿਵੇਂ ਅਪ੍ਰੈਲ ਔਰ ਮਈ ਦਾ ਮਹੀਨਾ ਸ਼ੁਰੂ ਹੋਣਾ, ਉਸੇ ਦੌਰਾਨ ਵਿੱਚ ਬੱਕਰੀਆਂ ਦੀ ਕਰਾਸਿੰਗ ਦਾ ਸੀਜ਼ਨ ਸ਼ੁਰੂ ਹੋ ਜਾਣਾ, ਔਰ ਜਿਨ੍ਹਾਂ ਬੱਕਰੀਆਂ ਨੇ ਬੱਚੇ ਡਿਲੀਵਰ ਕੀਤੇ ਹੋਣੇ ਉਹਨਾਂ ਨੂੰ ਅਸੀਂ ਤਿਆਰ ਕਰਕੇ ਤੇ ਉਹਨਾਂ ਦੀ ਕਰਾਸਿੰਗ ਕਰਵਾ ਦੇਣੀ। ਉਹ ਬੱਚੇ ਸਾਡੇ ਆਸੇ ਤਕਰੀਬਨ ਸਤੰਬਰ ਔਰ ਅਕਤੂਬਰ ਦੇ ਵਿੱਚ। ਬਾਕੀ ਕੁਝ ਬੱਕਰੀਆਂ ਮਾਰਚ ਔਰ ਅਪ੍ਰੈਲ ਦੇ ਦਰਮਿਆਨ ਵਿੱਚ ਵੀ ਬੱਚੇ ਦੇ ਰਹੀਆਂ, ਔਰ ਇਹਨਾਂ ਦਾ ਸੀਜ਼ਨ ਵੀ ਹੈ। ਕੁਝ ਬੱਕਰੀਆਂ 1 ਮੰਥ ਬਾਅਦ ਵੀ ਪ੍ਰੈਗਨੈਂਟ ਹੋ ਜਾਂਦੀਆਂ, ਕੋਈ 1.5 2 ਕੋਈ 3 ਮਾਹ, ਕੁਝ 21 20 ਦਿਨਾਂ ਬਾਅਦ ਵੀ ਹੋ ਜਾਂਦੀਆਂ। ਇਹ ਤਾਂ ਇੱਕ ਕੁਦਰਤੀ ਨਿਜ਼ਾਮ ਹੈ ਨਾ, ਜਿਸ ਤਰ੍ਹਾਂ ਵੀ ਹੈ। ਸ਼ਾਇਦ ਜਿਹੜੀਆਂ ਬੱਕਰੀਆਂ ਮਾਰਚ ਔਰ ਅਪ੍ਰੈਲ ਦੇ ਸ਼ੁਰੂ ਵਿੱਚ ਬੱਚੇ ਦੇ ਦੇਵੇਂ, ਉਹ ਬੱਕਰੀਆਂ ਤੁਹਾਡੀਆਂ ਮਈ ਦੇ ਵਿੱਚ ਵੀ ਕਰਾਸ ਹੋ ਸਕਦੀਆਂ ਹਨ, ਕਿਉਂਕਿ ਸੀਜ਼ਨ ਔਰ ਮੌਸਮ ਹੁੰਦਾ, ਮੌਸਮ ਦੇ ਲਿਹਾਜ਼ ਨਾਲ ਹਰ ਚੀਜ਼ ਦਾ ਆਪਣਾ ਹੀ ਅਲੱਗ ਰਿਜ਼ਲਟ ਆਉਣੇ ਸ਼ੁਰੂ ਹੋ ਜਾਂਦੇ। ਉਹਦੇ ਵਾਸਤੇ ਤੁਹਾਨੂੰ ਖੁਰਾਕ ਅੱਛੀ ਔਰ ਇਹ ਸਾਰੀਆਂ ਚੀਜ਼ਾਂ ਤੋਂ ਗੁਜ਼ਰ ਕੇ ਫਿਰ ਜਾਣਾ ਪਊ ਸੀ।
ਤੇ ਮਿਲਨੇ ਆ ਨੈਕਸਟ ਵੀਡੀਓ 'ਚ।